ਆਪਾਂ ਅੱਜ ਜਿਹੜਾ ਸ਼ੁਰੂ ਕਰਨਾ ਹੈ ਟੌਪਿਕ ਉਹ ਹੈਗਾ ਮਲਟੀਪਲੀਕੇਸ਼ਨ ਆਫ ਮੈਟ੍ਰਿਸਿਸ। ਦੋ ਮੈਟ੍ਰਿਸਿਸ ਦਾ ਗੁਣਾ ਮਲਟੀਪਲਾਈ ਕਰਨਾ। ਅਸੀਂ ਦੋ ਮੈਟ੍ਰਿਸਿਸ ਲਈਆਂ, A ਜਿਹਦਾ ਆਰਡਰ m/n ਹੈ ਤੇ B ਜਿਹਦਾ ਆਰਡਰ n/p ਹੈ। ਇਹ ਦੋ ਇਹੋ ਜਿਹੀਆਂ ਮੈਟ੍ਰਿਸਿਸ ਦਾ ਖਿਆਲ ਰੱਖਣਾ। ਇਹਦੇ 'ਚ ਸਭ ਤੋਂ ਜ਼ਰੂਰੀ ਦੋ ਮੈਟ੍ਰਿਸਿਸ ਦਾ ਮਲਟੀਪਲਾਈ ਤਾਂ ਹੀ ਹੋ ਸਕਦਾ ਹੈ ਜੇ ਪਹਿਲੀ ਮੈਟ੍ਰਿਕਸ ਦੇ ਨੰਬਰ ਆਫ ਕਾਲਮਸ ਦੂਸਰੀ ਮੈਟ੍ਰਿਕਸ ਦੇ ਨੰਬਰ ਆਫ ਰੋਜ਼ ਦੇ ਬਰਾਬਰ ਹੋ। ਠੀਕ ਹੈ ਨਾ। ਜਿਵੇਂ ਹੁਣ ਇਹਦੇ 'ਚ m/n ਹੈ ਪਹਿਲੀ ਮੈਟ੍ਰਿਕਸ, ਦੂਜੀ n/p ਹੈ। ਤਾਂ ਇਹਨਾਂ ਦਾ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਤਾਂ ਪੋਸੀਬਲ ਹੈ। ਤਾਂ ਹੀ ਮੈਂ ਇੱਥੇ ਲਿਖਿਆ ਹੋਇਆ B2 ਮੈਟ੍ਰਿਸਿਸ ਆਫ ਆਰਡਰ m×n and n×p, that is number of columns in A are equal to number of rows in B, then we can multiply A with B। ਤੇ ਇਹਨਾਂ ਦਾ ਜਿਹੜਾ ਪ੍ਰੋਡਕਟ ਆਏਗਾ ਉਹਦੇ ਵਿੱਚ ਆ ਉੱਪਰ ਮੈਂ ਤੁਹਾਨੂੰ ਦਿਖਾਇਆ ਹੋਇਆ ਕਿ ਉਹਦਾ ਆਰਡਰ ਕਿੰਨਾ ਹੋਏਗਾ। ਉਹਦੇ 'ਚ n ਸਮਝ ਲਓ ਅਸੀਂ ਕੈਂਸਲ ਕਰ ਦੇਣਾ, ਛੱਡ ਦੇਣਾ। ਉਹਦਾ ਆਰਡਰ ਆ ਬਚ ਜੂਗਾ ਜਿਹੜਾ ਪਿੱਛੇ ਬਚਿਆ ਹੁਣ m×p, m ਤੇ p ਦਾ ਗੁਣਾ, ਇਹ ਆ ਜੂਗਾ। ਠੀਕ ਹੈ। ਤਾਂ ਅੱਗੇ ਆਪਾਂ ਇਹਦੇ ਨਾਲ ਰਿਲੇਟਡ ਗੱਲ ਹੋਰ ਥੋੜੀ ਜਿਹੀ ਸ਼ੁਰੂ ਕਰੀ ਸੀ ਵੀ ਇਨ ਪ੍ਰੋਡਕਟ AB, A is called prefactor and B is called postfactor। ਜੇ ਆ ਪ੍ਰੋਡਕਟ ਆ ਸਾਡੇ ਕੋਲ AB ਦੋ ਮੈਟ੍ਰਿਸਿਸ ਦਾ, ਇਹ 'ਚ ਜਿਹੜਾ ਪਹਿਲਾ ਮੈਟ੍ਰਿਕਸ ਉਹਨੂੰ ਅਸੀਂ ਪ੍ਰੀਫੈਕਟਰ ਕਹਿੰਦੇ ਹਾਂ, ਜਿਹੜਾ ਦੂਸਰਾ ਹੈਗਾ ਮੈਟ੍ਰਿਕਸ ਉਹਨੂੰ ਅਸੀਂ ਪੋਸਟਫੈਕਟਰ ਕਹਿੰਦੇ ਹਾਂ। ਤੇ ਪ੍ਰੀਫੈਕਟਰ ਦੇ ਜਿਹੜੇ ਨੰਬਰ ਆਫ ਕਾਲਮਸ ਹੈ ਪੋਸਟ ਫੈਕਟਰ ਦੇ ਨੰਬਰ ਆਫ ਰੋਜ਼ ਦੇ ਬਰਾਬਰ ਹੋਣੇ ਚਾਹੀਦੇ। ਠੀਕ ਹੈ ਨਾ। ਅੱਗੇ if AB is defined then it is not necessary that BA is defined। ਜੇ AB ਡਿਫਾਈਨ ਹੈ ਯਾਨੀ AB ਦਾ ਗੁਣਾ ਪੋਸੀਬਲ ਹੈ ਤਾਂ ਜ਼ਰੂਰੀ ਨਹੀਂ B ਤੇ A ਦਾ ਗੁਣਾ ਵੀ ਪੋਸੀਬਲ ਹੋਵੇ। ਜਿਵੇਂ ਆ ਐਗਜ਼ਾਮਪਲ ਤੁਹਾਡੇ ਸਾਹਮਣੇ ਲਿਖੀ ਹੈ, A ਇੱਕ ਮੈਟ੍ਰਿਕਸ ਹੈ ਜਿਹਦਾ ਆਰਡਰ 2/3 ਹੈ, B ਮੈਟ੍ਰਿਕਸ ਹੈ ਜਿਹਦਾ ਆਰਡਰ 3/4 ਹੈ। ਤਾਂ A ਨੂੰ B ਨਾਲ ਮਲਟੀਪਲਾਈ ਕਰ ਸਕਦੇ ਹਾਂ ਕਿਉਂਕਿ ਇਹਦੀਆਂ ਨੰਬਰ ਆਫ ਕਾਲਮਸ ਇਹਦੇ ਨੰਬਰ ਆਫ ਰੋਜ਼ ਦੇ ਬਰਾਬਰ। ਪਰ B ਨੂੰ A ਨਾਲ ਮਲਟੀਪਲਾਈ ਨਹੀਂ ਕਰ ਸਕਦੇ ਕਿਉਂਕਿ B ਦੀਆਂ ਨੰਬਰ ਆਫ ਕਾਲਮਸ A ਦੇ ਨੰਬਰ ਆਫ ਰੋਜ਼ ਦੇ ਬਰਾਬਰ ਨਹੀਂ ਹੈ। ਠੀਕ ਹੈ। ਅਗਲੀ ਗੱਲ ਇਹ ਹੈ ਵੀ ਜੇ ਤਾਂ ਅਸੀਂ ਕਹਿਤਾ ਵੀ ਹਰ ਵਾਰੀ ਪੋਸੀਬਲ ਨਹੀਂ ਹੈਗਾ ਵੀ ਜੇ A ਤੇ B ਦਾ ਗੁਣਾ ਹੁੰਦਾ ਹੈ ਤਾਂ B ਤੇ A ਦਾ ਗੁਣਾ ਵੀ ਹੋਵੇ, ਇਹ ਜ਼ਰੂਰੀ ਨਹੀਂ। ਦੂਸਰੀ ਗੱਲ ਹੋਰ ਵੀ ਹੈ ਵੀ ਜੇ AB ਵੀ ਪੋਸੀਬਲ ਹੈ BA ਵੀ ਪੋਸੀਬਲ ਹੈ ਤਾਂ ਵੀ ਇਹ ਜ਼ਰੂਰੀ ਨਹੀਂ ਕਿ ਦੋਨੇ ਬਰਾਬਰ ਹੋਣ। ਠੀਕ ਹੈ ਕਿ ਇਹ ਵੀ ਆਪਾਂ ਅਗਾਂਹ ਕੁਐਸਚਨਸ ਦੇ ਵਿੱਚ ਦੇਖਾਂਗੇ ਵੀ ਜੇ A ਤੇ B ਦਾ ਗੁਣਾ ਕਰੀਏ ਤੇ B ਤੇ A ਦਾ ਗੁਣਾ ਕਰੀਏ ਹੁੰਦਾ ਹੋਵੇ ਦੋਹਾਂ ਦਾ ਤਾਂ ਵੀ ਇਹ ਜ਼ਰੂਰੀ ਨਹੀਂ ਕਿ ਦੋਹਾਂ ਦਾ ਜਿਹੜਾ ਆਨਸਰ ਹੈ ਸੇਮ ਆਏਗਾ। ਠੀਕ ਹੈ। ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਹੁਣ ਆ ਗਿਆ ਮਲਟੀਪਲਾਈ ਕਰਨ ਦਾ ਮੈਥਡ ਕੀ ਹੈ, ਕਿਸ ਤਰੀਕੇ ਨਾਲ ਇਹਨੂੰ ਮਲਟੀਪਲਾਈ ਕਰ ਸਕਦੇ। ਆ A ਹੈ ਸਾਡੇ ਕੋਲ ਮੈਟ੍ਰਿਕਸ ਜਿਹਦਾ ਆਰਡਰ 3×2 ਹੈ। ਆ B ਮੈਟ੍ਰਿਕਸ ਹੈ ਜਿਹਦਾ ਆਰਡਰ 2×3। ਪਹਿਲਾਂ ਤਾਂ ਇਹ ਖਿਆਲ ਕਰ ਲੈਣਾ ਜਦੋਂ ਵੀ ਅਸੀਂ ਮਲਟੀਪਲਾਈ ਕਰਨਾ ਹੈ ਵੀ ਇਹਦਾ ਆਨਸਰ ਕੀ ਆਏਗਾ। ਆਨਸਰ ਜਿਹੜਾ ਆਏਗਾ ਉਹ ਕਿੰਨੇ ਆਰਡਰ ਦੀ ਮੈਟ੍ਰਿਕਸ ਆਊਗੀ। ਆ 3×2 ਹੈ ਪਹਿਲੀ ਮੈਟ੍ਰਿਕਸ, ਦੂਸਰੀ ਮੈਟ੍ਰਿਕਸ 2×3 ਹੈ। ਤਾਂ ਜਿਹੜਾ ਆਨਸਰ ਆਊਗਾ ਇਹਦਾ ਉਹ ਆ ਚੀਜ਼ ਖਤਮ ਹੋ ਜੂਗੀ, ਉਹ 3×3 ਆਨਸਰ ਆਊਗਾ। ਯਾਨੀ ਜਿਹੜਾ ਆਨਸਰ ਆਊਗਾ ਮੈਟ੍ਰਿਕਸ ਦਾ ਉਹ ਪਹਿਲਾਂ ਹੀ ਸਾਨੂੰ ਖਿਆਲ ਹੋਣਾ ਚਾਹੀਦਾ ਵੀ 3×3 ਮੈਟ੍ਰਿਕਸ ਆਊ। ਹੁਣ ਇਹਦਾ ਮਲਟੀਪਲਾਈ ਕਰਨ ਦਾ ਤਰੀਕਾ ਕੀ ਹੈ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦੋਹਾਂ ਨੂੰ ਲਿਖ ਲੈਣਾ ਨੇੜੇ ਨੇੜੇ A ਤੇ B ਨੂੰ। ਫਿਰ ਅਸੀਂ ਕਰਨਾ ਕੀ ਹੈ, ਇਹਦੀ ਪਹਿਲੀ ਰੋ ਤੇ ਇਹਦਾ ਪਹਿਲਾ ਕਾਲਮ ਇਹ ਆਪਸ 'ਚ ਮਲਟੀਪਲਾਈ ਕਰਨਾ। ਜਿਵੇਂ 1 ਦਾ 6 ਨਾਲ ਮਲਟੀਪਲਾਈ ਕਰਾਂਗੇ, 2 ਦਾ 3 ਨਾਲ ਮਲਟੀਪਲਾਈ ਕਰਾਂਗੇ ਤੇ ਜੋੜ ਦਿਆਂਗੇ। ਆ ਇਹਦਾ ਪਹਿਲਾ ਐਲੀਮੈਂਟ ਆ ਜਾਊਗਾ AB ਦਾ। AB ਦਾ ਪਹਿਲਾ ਐਲੀਮੈਂਟ ਜਿਹਨੂੰ ਅਸੀਂ A11 ਕਹਿੰਦੇ ਉਹ ਆ ਜਾਊਗਾ। ਦੂਸਰਾ ਐਲੀਮੈਂਟ ਕਿਵੇਂ ਆਏਗਾ, ਇਹਦੀ ਪਹਿਲੀ ਰੋ ਨੂੰ ਦੂਸਰੇ ਕਾਲਮ ਨਾਲ ਮਲਟੀਪਲਾਈ ਕਰਦੇ ਤਾਂ ਦੂਸਰਾ ਐਲੀਮੈਂਟ ਆ ਜਾਊਗਾ। ਫਿਰ ਪਹਿਲੀ ਰੋ ਨੂੰ ਤੀਸਰੇ ਕਾਲਮ ਨਾਲ ਮਲਟੀਪਲਾਈ ਕਰਦੇ ਹਾਂ ਯਾਨੀ 1 2 ਦਾ 4 ਤੇ 1 ਨਾਲ ਮਲਟੀਪਲਾਈ, 1 ਦਾ 4 ਨਾਲ ਮਲਟੀਪਲਾਈ, 2 ਦਾ 1 ਨਾਲ ਮਲਟੀਪਲਾਈ ਕਰਦੇ ਹਾਂ। ਉਹ ਸਾਡਾ ਥਰਡ ਜਿਹੜਾ ਹੈਗਾ ਆ ਜਾਊਗਾ। ਆ ਤਿੰਨ ਜਿਹੜੇ ਆ ਗਏ ਪਹਿਲੀ ਰੋ ਦੇ ਤਿੰਨ ਐਲੀਮੈਂਟ ਆ ਗਏ, A11 A12 ਤੇ A13 ਆ ਗਏ AB ਮੈਟ੍ਰਿਕਸ। ਸਮਝ ਲੱਗ ਗਈ ਇੰਨੀ ਗੱਲ। ਇਸ ਤੋਂ ਗਾਂ ਹੁਣ ਅਗਲੀ ਜਿਹੜੀ ਲਾਈਨ ਕਿੱਥੋਂ ਸ਼ੁਰੂ ਹੋਏਗੀ, ਹੁਣ ਇਹਦੀ ਦੂਸਰੀ ਰੋ ਪਹਿਲੀ ਰੋ ਨੂੰ ਆਪਾਂ ਤਿੰਨਾਂ ਕਾਲਮ ਨਾਲ ਮਲਟੀਪਲਾਈ ਕਰ ਲਿਆ।
ਹੁਣ ਦੂਸਰੀ ਰੋ ਨੂੰ ਵੀ ਇਸੇ ਤਰ੍ਹਾਂ ਤਿੰਨੇ ਕਾਲਮ ਨਾਲ ਮਲਟੀਪਲਾਈ, ਪਹਿਲੀ ਰੋ ਦੂਸਰੀ ਰੋ ਨੂੰ ਪਹਿਲੇ ਕਾਲਮ ਨਾਲ, ਦੂਸਰੀ ਰੋ ਨੂੰ ਦੂਸਰੇ ਕਾਲਮ ਨਾਲ, ਦੂਸਰੀ ਰੋ ਨੂੰ ਤੀਸਰੇ ਕਾਲਮ ਨਾਲ, ਫਿਰ ਇਸੇ ਤਰ੍ਹਾਂ ਤੀਸਰੀ ਰੋ ਨੂੰ ਤਿੰਨਾਂ ਨਾਲ ਮਲਟੀਪਲਾਈ, ਤੀਸਰੀ ਰੋ ਨੂੰ ਪਹਿਲੇ ਕਾਲਮ ਨਾਲ, ਤੀਸਰੀ ਰੋ ਨੂੰ ਦੂਜੇ ਨਾਲ, ਤੀਸਰੀ ਰੋ ਨੂੰ ਤੀਸਰੇ ਕਾਲਮ ਨਾਲ ਮਲਟੀਪਲਾਈ ਕਰਾਂਗੇ। ਤਾਂ ਆ ਜਿਵੇਂ ਪਹਿਲੀ ਲਾਈਨ ਆਈ ਸੀ ਇਸੇ ਤਰੀਕੇ ਨਾਲ ਦੂਸਰੀ ਲਾਈਨ ਆ ਜਾਊਗੀ ਹੇਠਾਂ ਤੇ ਦੂਸਰੀ ਰੋ ਦਾ ਮਲਟੀਪਲਾਈ ਕਰਾਂਗੇ, ਫਿਰ ਤੀਸਰੀ। ਤਾਂ ਆ ਸਾਡਾ 3x3 ਮੈਟ੍ਰਿਕਸ ਆ ਗਈ। ਸਾਨੂੰ ਆਨਸਰ ਮਿਲਾਉਣ ਵੇਲੇ ਖਿਆਲ ਹੋਣਾ ਚਾਹੀਦਾ ਹੈ ਵੀ ਜਿਹੜਾ ਸਾਡਾ ਆਨਸਰ ਆ ਉਹ 3x3 ਮੈਟ੍ਰਿਕਸ ਆ ਰਹੀ ਹੈ ਕਿ ਨਹੀਂ। ਅਸੀਂ ਸ਼ੁਰੂ 'ਚ ਡਿਸਾਈਡ ਕਰੇ ਸੀ ਨਾ ਗੱਲ ਵੀ ਆਨਸਰ ਜਿਹੜਾ ਉਹ 3x3 ਮੈਟ੍ਰਿਕਸ ਆਊਗੀ, ਤਾਂ ਇੱਥੇ ਸਾਨੂੰ ਚੈੱਕ ਕਰ ਲੈਣਾ ਚਾਹੀਦਾ ਹੈ ਵੀ ਜਿਹੜਾ ਆਨਸਰ ਆਇਆ 3x3 ਮੈਟ੍ਰਿਕਸ ਆਇਆ ਕਿ ਨਹੀਂ। ਠੀਕ ਹੈ, ਇੰਨੀ ਗੱਲ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਆ ਗਈ। ਇਹ ਸਾਰਿਆਂ ਨਾਲੋਂ ਮਤਲਬ ਮਲਟੀਪਲਾਈ ਕਰਨ ਦਾ ਜਿਹੜਾ ਮੈਥਡ ਹੈ ਇਹ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਆਏਗਾ। ਜੇ ਤੁਸੀਂ ਇਹਨੂੰ ਕਹੋਗੇ ਵੀ ਅਸੀਂ ਦੇਖ ਲਿਆ ਸਮਝ ਲਿਆ ਬਸ ਮੁੱਕ ਗਿਆ, ਨਹੀਂ, ਇਹ ਭੁੱਲ ਜਾਂਦਾ ਹੁੰਦਾ। ਜਦੋਂ ਤੁਸੀਂ ਇਹਨੂੰ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਪੱਕ ਜਾਊਗਾ, ਫਿਰ ਤੁਹਾਨੂੰ ਯਾਦ ਰਹੂਗਾ। ਮਨਜਿੰਦਰ ਪ੍ਰੈਜੈਂਟੇਸ਼ਨ ਬੰਦ ਕਰ। ਅੱਗੇ ਆ ਗਿਆ ਪੋਜ਼ਿਟਿਵ ਇੰਟੀਗਰਲ। ਮੇਰੀ ਪ੍ਰੈਜੈਂਟੇਸ਼ਨ ਬੰਦ ਹੋ ਗਈ, ਸਭ ਨੂੰ ਦਿਖਾਈ ਦੇ ਰਹੀ ਹੈ ਬੇਟੇ ਸਕਰੀਨ? हाँ जी, आ रही है नज़र? ठीक, चलो ओके। चलो हुण आपां क्वेश्चन करके देखते हैं जिहड़ा उत्ते असीं समझिया। पॉजिटिव इंटीग्रल पहलां समझ लईए। पॉजिटिव इंटीग्रल पावर ऑफ मैट्रिसेस। लेट ए इज़ अ स्क्वायर मैट्रिक्स। एक स्क्वायर मैट्रिक्स लईए ए। स्क्वायर मैट्रिक्स दा तुहानूं दस्सिया होया स्क्वायर मैट्रिक्स की हुंदी है, जिहदे नंबर ऑफ रोज़ ते कॉलम्स बराबर हुंदे हैं। then a can be written as a square। a ਤੇ a ਨੂੰ ਜੇ ਅਸੀਂ ਗੁਣਾ ਕਰੀਏ ਤਾਂ ਉਹਨੂੰ a ਦੀ ਪਾਵਰ 2 ਲਿਖ ਸਕਦੇ ਹਾਂ। ਸਿਮਿਲਰਲੀ a ਦੀ ਪਾਵਰ 3 ਹੈ ਜਿਹੜੀ, ਉਹ ਵੀ a ਨੂੰ 3 ਟਾਈਮ ਮਲਟੀਪਲਾਈ ਕਰ ਲਈਏ ਤਾਂ ਲਿਖਿਆ, ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ। a ਸਕੁਆਇਰ ਇੰਟੂ a ਵੀ ਲਿਖਿਆ ਜਾ ਸਕਦਾ ਹੈ, a ਇੰਟੂ a ਸਕੁਆਇਰ ਵੀ ਲਿਖਿਆ ਜਾ ਸਕਦਾ। ਸੋ ਇਸ ਤਰੀਕੇ ਨਾਲ a ਦੀਆਂ ਪਾਵਰਾਂ ਜਿੰਨੀਆਂ ਮਰਜ਼ੀ ਵਧਾ ਸਕਦੇ ਹਾਂ, 4 5 6, ਪਰ ਸਾਨੂੰ ਜ਼ਰੂਰਤ ਨਹੀਂ ਪੈਂਦੀ। ਸਾਨੂੰ a ਸਕੁਆਇਰ ਤੇ a ਕਿਊਬ ਨਾਲ ਹੀ ਤਕਰੀਬਨ ਸਾਰੇ ਕੁਐਸਚਨ ਸਾਡੇ ਇੱਥੇ ਹੱਲ ਹੋ ਜਾਣਗੇ। ਤਾਂ ਇਹਦੇ ਕੁਝ ਪ੍ਰੋਪਰਟੀਜ਼ ਨੇ ਮਲਟੀਪਲੀਕੇਸ਼ਨ ਦੀਆਂ, ਅਸੀਂ ਦੇਖ ਲਈਏ। ਇਫ A B C ਆਰ 3 ਮੈਟ੍ਰਿਸਸ ਆਫ ਆਰਡਰ m by n, n by p, p by q respectively, then A into BC equals to AB into C। ਐਸੋਸੀਏਟਿਵ ਲॉ ਜਿਹੜਾ ਅਸੀਂ ਪਲੱਸ ਦੇ ਵਿੱਚ ਵੀ ਕੀਤਾ ਸੀ, ਜੋੜ ਦੇ ਵਿੱਚ, ਉਹ ਮਲਟੀਪਲਾਈ ਦੇ ਵਿੱਚ ਵੀ ਲਾਗੂ ਹੁੰਦਾ ਵੀ, ਯਾਨੀ B ਤੇ C ਨੂੰ ਮਲਟੀਪਲਾਈ ਕਰਕੇ ਉਹਦੇ ਅਗਲੇ ਪਾਸੇ A ਮਲਟੀਪਲਾਈ ਕਰ ਦਈਏ, ਜਾਂ A ਤੇ B ਨੂੰ ਮਲਟੀਪਲਾਈ ਕਰਕੇ ਉਹਦੇ ਪਿਛਲੇ ਪਾਸੇ C ਮਲਟੀਪਲਾਈ। ਕਮੋਟੇਟਿਵ ਲਾਅ ਤੇ ਲਾਗੂ ਨਹੀਂ ਹੁੰਦਾ। ਆਪਾਂ ਪਹਿਲਾਂ ਗੱਲ ਕਰੀ ਹੈ ਉੱਪਰ, ਇਹ ਗੱਲ ਕਰਕੇ ਆਏ ਹਾਂ ਅਸੀਂ। ਕੀ ਗੱਲ ਕੀਤੀ ਸੀ ਅਸੀਂ ਵੀ ਜੇ A ਤੇ B ਨੂੰ ਮਲਟੀਪਲਾਈ ਕਰੀਏ, A ਇੰਟੂ B, A ਇੰਟੂ B ਇਜ਼ ਨਾਟ ਇਕੁਅਲ ਟੂ, ਜ਼ਰੂਰੀ ਨਹੀਂ ਹੈ ਹਰ ਵਾਰੀ ਬਰਾਬਰ ਹੋਵੇ, ਹੋ ਵੀ ਸਕਦਾ ਨਹੀਂ ਵੀ, is not equal to BA। ठीक है, ਤਾਂ ਇਹ ਜ਼ਰੂਰੀ ਨਹੀਂ, ਇਸ ਕਰਕੇ ਕੋਮੋਟੇਟਿਵ ਲਾਅ ਤਾਂ ਇੱਥੇ ਨਹੀਂ ਲੱਗਦਾ। ਇੱਥੇ ਵੀ ਅਸੀਂ ਉਲਟ ਨਹੀਂ ਕਰ ਸਕਦੇ ਵੀ A B C ਮਲਟੀਪਲਾਈ ਕਰਕੇ ਪਿੱਛੇ A ਮਲਟੀਪਲਾਈ ਕਰ ਦਈਏ। ਆਰਡਰ ਇਹਦਾ ਸੇਮ ਹੀ ਰੱਖਣਾ ਪਊਗਾ, A ਉਹ ਤੋਂ ਬਾਅਦ B ਤੇ ਫਿਰ C। ਇਸੇ ਤਰ੍ਹਾਂ A B ਪਹਿਲਾਂ ਮਲਟੀਪਲਾਈ ਹੋ ਕੇ ਮਗਰੋਂ C ਮਲਟੀਪਲਾਈ ਕਰ ਦਈਏ, ਜਾਂ B C ਨੂੰ ਮਲਟੀਪਲਾਈ ਕਰਕੇ ਉਹਦੇ ਅਗਲੇ ਪਾਸੇ A ਮਲਟੀਪਲਾਈ। ਇੱਕੋ ਹੀ ਗੱਲ ਐਸੋਸੀਏਟਿਵ ਲਾਅ ਦੇ ਉੱਤੇ ਲੱਗਦਾ ਹੈ। ਤੇ A B C ਅੱਗੇ ਕੀ ਲਈ A B C 3 ਮੈਟ੍ਰਿਸਿਸ ਹੋਣ, ਜਿਸ 'ਚ A ਹੈਗੀ ਹੈ m by n, B ਹੈਗੀ ਹੈ n by p ਤੇ C ਹੈਗੀ ਹੈ n by p। ਇਹ 'ਚ ਦੇਖੋ B ਤੇ C ਦਾ ਆਰਡਰ ਸੇਮ ਹੈ, ਕਿਉਂਕਿ ਅਸੀਂ ਇੱਥੇ ਇਹਨਾਂ ਦਾ ਜੋੜ ਕਰ ਰਹੇ ਹਾਂ। B plus C ਨੂੰ A ਨਾਲ ਮਲਟੀਪਲਾਈ, B ਤੇ C ਦਾ ਜੋੜ ਕਦੋਂ ਹੋਏਗਾ? ਜੇ ਉਹਨਾਂ ਦਾ ਆਰਡਰ ਬਰਾਬਰ ਹੋਏਗਾ, ਇਹ ਆਪਾਂ ਪਹਿਲਾਂ ਜਾਣਦੇ ਹਾਂ। ਤੇ A ਨਾਲ ਮਲਟੀਪਲਾਈ ਕਦੋਂ ਹੋਏਗਾ? ਜਦੋਂ ਇਹਦੀਆਂ ਨੰਬਰ ਆਫ ਰੋਜ਼ ਇਹਦੇ ਨੰਬਰ ਆਫ ਕਾਲਮ ਦੇ ਬਰਾਬਰ ਹੋਣਗੇ। ਤਾਂ A ਦਾ B ਨਾਲ ਮਲਟੀਪਲਾਈ ਹੋ ਜਾਊਗਾ, A ਦਾ C ਨਾਲ ਮਲਟੀਪਲਾਈ, ਯਾਨੀ A ਦਾ ਡਿਸਟਰੀਬਿਊਸ਼ਨ ਲਾਅ ਕਹਿੰਦੇ ਸੀ ਇਹਨੂੰ, ਲੈਫਟ ਡਿਸਟਰੀਬਿਊਸ਼ਨ ਲਾਅ। ਜਿੰਨੀ A ਨੂੰ ਅਸੀਂ B plus C ਨਾਲ ਜੇ ਮਲਟੀਪਲਾਈ ਕਰੀਏ ਤਾਂ AB plus AC ਦੇ ਇਕੁਅਲ ਹੁੰਦਾ ਹੈ।
ਐਸੇ ਤਰ੍ਹਾਂ ਇਹਨੂੰ ਐਸੇ ਤਰ੍ਹਾਂ ਰਾਈਟ ਡਿਸਟ੍ਰੀਬਿਊਸ਼ਨ ਲਾਅ ਵੀ ਇਹ 'ਤੇ ਲੱਗਦਾ ਵੀ ਬੀ ਪਲੱਸ ਸੀ ਦੇ ਵਿੱਚ ਨੂੰ ਏ ਨਾਲ ਮਲਟੀਪਲਾਈ ਕਰੀਏ ਤਾਂ ਬੀ ਏ ਪਲੱਸ ਸੀ ਏ ਦੇ ਇਕੁਅਲ। ਇੱਕ ਇੰਪੋਰਟੈਂਟ ਚੀਜ਼ ਆ ਸਾਡੇ ਕੋਲ ਹੈਗੀ, ਇਫ ਏ ਇਜ਼ ਅ ਮੈਟ੍ਰਿਕਸ ਆਫ ਆਰਡਰ m ਬਾਏ n ਐਂਡ I m ਆਪਾਂ ਆਈ ਬਾਰੇ ਡਿਸਕਸ ਕੀਤਾ ਸੀ, ਕੀ ਸੀ ਯੂਨਿਟ ਮੈਟ੍ਰਿਸਿਸ ਸੀਗੀਆਂ। ਯੂਨਿਟ ਮੈਟ੍ਰਿਸਿਸ ਦਾ ਕੀ ਖਾਸ ਗੱਲ ਸੀ, ਯਾਦ ਰੱਖਿਓ, ਤੁਹਾਨੂੰ ਯਾਦ ਹੋਣੀਆਂ। ਯੂਨਿਟ ਮੈਟ੍ਰਿਕਸ ਕਿੱਦਾਂ ਦੀ ਹੁੰਦੀ ਸੀਗੀ ਭਲਾ, ਇਸ ਟਾਈਪ ਦੇ ਅਸੀਂ ਕਰੇ ਸੀ, ਉਹ 'ਚ ਡਾਇਗਨਲ ਐਲੀਮੈਂਟਸ ਜਿਹੜੇ ਉਹ 1 ਹੁੰਦੇ ਨੇ, ਬਾਕੀ ਦੇ ਐਲੀਮੈਂਟਸ 0 ਹੁੰਦੇ ਨੇ। 0 1 0 0 0 1 ਇਸ ਟਾਈਪ ਦੀ। ਇਹ ਸਾਡੀ ਕੀ ਹੈ 3 ਆਰਡਰ ਦੀ ਆਈਡੈਂਟੀਟੀ ਮੈਟ੍ਰਿਕਸ, ਇਹਨੂੰ ਅਸੀਂ I3 ਕਹਿੰਦੇ। ਇਸੇ ਤਰ੍ਹਾਂ ਇਹਨੇ IM ਲਿਖੀ ਹੈ, IN ਇੱਕ ਪਾਸੇ ਲਿਖੀ ਹੈ, ਕਿਉਂ ਲਿਖੀ ਹੈ, ਇਹਦੀਆਂ ਨੰਬਰ ਆਫ ਰੋਜ਼ m ਸੀਗੀਆਂ, ਨੰਬਰ ਆਫ ਕਾਲਮਸ n ਸੀ। ਜੇ ਇਹਨੂੰ ਅਸੀਂ ਇਹਦੇ ਅਗਲੇ ਪਾਸੇ ਕੋਈ ਮੈਟ੍ਰਿਕਸ ਦਾ ਮਲਟੀਪਲਾਈ ਕਰਨਾ ਚਾਹੁੰਦੇ ਹਾਂ ਤਾਂ ਉਹਦੀਆਂ ਨੰਬਰ ਆਫ ਕਾਲਮਸ m ਹੋਣੇ ਚਾਹੀਦੇ, ਤਾਂ ਹੀ ਇਹਦੇ ਨਾਲ ਮਲਟੀਪਲਾਈ ਹੋਵੇਗਾ। ਤਾਂ ਹੀ ਅਸੀਂ ਆਹ ਦੇਖੋ ਇੱਥੇ ਲਿਖਿਆ ਵੀ IMA ਦਾ ਮਤਲਬ ਮੂਹਰਲੇ ਪਾਸੇ ਜਿਹੜੀ ਮੈਟ੍ਰਿਕਸ ਹੈਗੀ ਹੈ ਉਹਦਾ ਆਰਡਰ m ਹੈ, ਸਕੁਆਇਰ ਮੈਟ੍ਰਿਕਸ ਆ ਉਹ m × n ਹੋਏਗੀ, m × m ਹੋਏਗੀ। ਤਾਂ ਇਹਦਾ ਅਸੀਂ ਇਹਦੇ ਨਾਲ ਮਲਟੀਪਲਾਈ ਕਰ ਸਕਦੇ ਹਾਂ, ਕਿਉਂਕਿ ਇਹਦੀਆਂ ਨੰਬਰ ਆਫ ਰੋਜ਼ ਹੈ ਜਿਹੜੀਆਂ ਉਹ m ਨੇ, ਇਹਦੇ ਨੰਬਰ ਆਫ ਕਾਲਮਸ m ਹੋਣਗੇ, ਤਾਂ ਇਹਨਾਂ ਨੂੰ ਮਲਟੀਪਲਾਈ ਕਰ ਸਕਦੇ ਹਾਂ। ਇਸੇ ਤਰ੍ਹਾਂ ਇਹਦੇ ਪਿਛਲੇ ਪਾਸੇ IN ਦਾ ਮਲਟੀਪਲਾਈ ਕਰੇ ਤਾਂ ਆਨਸਰ A ਹੀ ਆਏਗਾ। ਜਦੋਂ ਵੀ ਅਸੀਂ ਯੂਨਿਟ ਮੈਟ੍ਰਿਕਸ ਨਾਲ ਮਲਟੀਪਲਾਈ ਕਰਾਂਗੇ, ਉਹ ਯੂਨਿਟ ਮੈਟ੍ਰਿਕਸ ਹੁੰਦੀ ਸੀ ਸਾਡੀ ਆਈਡੈਂਟੀਟੀ ਮੈਟ੍ਰਿਕਸ ਵੀ ਅਸੀਂ ਉਹਨੂੰ ਕਹਿੰਦੇ ਹਾਂ। ਆਈਡੈਂਟੀਟੀ ਮੈਟ੍ਰਿਕਸ ਤਾਂ ਹੀ ਉਹਨੂੰ ਕਹਿੰਦੇ ਆ ਕਿਉਂਕਿ ਜਦੋਂ ਅਸੀਂ ਯੂਨਿਟ ਵੈਕਟਰ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ ਉਹੀ ਆ ਜਾਂਦਾ ਜਿਹੜੀ ਸਾਡੇ ਕੋਲ ਸੀਗੀ, ਤਾਂ ਹੀ ਇਹਨੂੰ ਅਸੀਂ ਯੂਨਿਟ ਮੈਟ੍ਰਿਕਸ ਕਹਿੰਦੇ ਹਾਂ। ਸੌਰੀ ਆਈਡੈਂਟੀਟੀ ਮੈਟ੍ਰਿਕਸ। ਅੱਗੇ ਹੁਣ ਇਹਦਾ ਐਗਜ਼ਾਮਪਲ ਮੈਂ ਤੁਹਾਨੂੰ ਲੈ ਕੇ ਦਿਖਾਇਆ ਹੋਇਆ ਵੀ A ਸਾਡੇ ਕੋਲ ਇੱਕ ਮੈਟ੍ਰਿਕਸ ਹੈ 2/3, ਆ I2 ਆ, I2 ਕੀ ਹੁੰਦੀ ਹੈ 1 0 0, ਆਈਡੈਂਟੀਟੀ ਮੈਟ੍ਰਿਕਸ ਕਹਿ ਲਓ ਜਾਂ ਯੂਨਿਟ ਮੈਟ੍ਰਿਕਸ ਕਹਿ ਲਓ। ਇਸੇ ਤਰ੍ਹਾਂ I3 ਹੈ ਇਹ, ਤਾਂ I2 ਦਾ ਅਗਲੇ ਪਾਸੇ ਮਲਟੀਪਲਾਈ ਕਰੀਏ ਜੇ ਅਸੀਂ A ਨਾਲ, ਤਾਂ ਤੁਸੀਂ ਦੇਖੋ ਇਹਦਾ ਆਨਸਰ ਦੁਬਾਰਾ ਉਹੀ ਆ ਜਾਂਦਾ ਜਿਹੜਾ A ਦੀ ਵੈਲਿਊ ਸੀ ਸਾਡੀ 1 2 -3 2 -3 4 ਸੀਗੀ, ਇੱਥੇ ਵੀ 1 2 -3 2 3। ਜਦੋਂ ਇਹਨੂੰ ਐਸੇ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਹੀ ਆਨਸਰ ਆਊਗਾ। ਦੇਖੋ ਕਰਕੇ 1 0 ਦਾ ਅਸੀਂ ਮਲਟੀਪਲਾਈ ਕਰਨਾ 0 1 1 ਦਾ 1 ਨਾਲ ਮਲਟੀਪਲਾਈ 1 ਹੋ ਗਿਆ, 0 ਦਾ 2 ਨਾਲ ਮਲਟੀਪਲਾਈ 0 ਹੋ ਗਿਆ, ਤਾਂ ਇਹਦਾ ਆ ਗਿਆ 1 + 2। ਫਿਰ 1 ਦਾ 1 0 ਦਾ ਇਹਦੇ ਨਾਲ ਮਲਟੀਪਲਾਈ 1 ਦਾ 2 ਨਾਲ ਮਲਟੀਪਲਾਈ 0 ਦਾ -3 ਨਾਲ ਮਲਟੀਪਲਾਈ ਆਹੀ ਹੋ ਗਿਆ। ਫਿਰ 1 ਦਾ 3 ਨਾਲ -3 ਨਾਲ ਮਲਟੀਪਲਾਈ 0 ਦਾ 4 ਨਾਲ ਮਲਟੀਪਲਾਈ ਆਹੀ ਹੋ ਗਿਆ। ਤਾਂ ਉਹੀ ਮੈਟ੍ਰਿਕਸ ਦੁਬਾਰਾ ਤੋਂ ਆ ਗਈ ਜਿਹੜੀ A ਸੀਗੀ ਯੂਜ਼, ਯਾਨੀ I2 ਨੂੰ A ਨਾਲ ਮਲਟੀਪਲਾਈ ਕਰੀਏ ਤਾਂ ਆਨਸਰ A ਹੀ ਆ ਰਿਹਾ। ਇਸੇ ਤਰ੍ਹਾਂ A ਨੂੰ I3 ਨਾਲ ਮਲਟੀਪਲਾਈ ਕਰੀਏ ਤਾਂ ਵੀ ਆਨਸਰ ਸੇਮ ਹੈ। ਠੀਕ ਹੈ, ਤਾਂ ਇਹਦੇ ਨਾਲ ਯਾਨੀ ਆਈਡੈਂਟੀਟੀ ਮੈਟ੍ਰਿਕ ਯੂਨੀਮੈਟ੍ਰਿਕ ਨਾਲ ਮਲਟੀਪਲਾਈ ਕਰਨ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਅਸੀਂ ਯੂਨਿਟ ਮੈਟ੍ਰਿਕਸ ਨੂੰ ਆਈਡੈਂਟੀਟੀ ਮੈਟ੍ਰਿਕਸ ਵੀ ਕਹਿੰਦੇ ਹਾਂ। ਦੈਟ ਇਜ਼ ਯੂਨਿਟ ਮੈਟ੍ਰਿਕ ਇਜ਼ ਆਈਡੈਂਟੀਟੀ ਮੈਟ੍ਰਿਕਸ ਆਫ ਮੈਟ੍ਰਿਕਸ ਮਲਟੀਪਲੀਕੇਸ਼ਨ। ਠੀਕ ਹੈ ਜੀ, ਹੁਣ ਸਵਾਲ ਸ਼ੁਰੂ ਹੁੰਦੇ, ਸੌਖੇ ਸਵਾਲ ਹੈ। ਆਹ ਥੋੜੀ ਜਿਹੀ ਥਿਓਰੀ ਸਮਝਣੀ ਸਾਨੂੰ ਬੋਰਿੰਗ ਲੱਗਦੀ ਹੁੰਦੀ ਹੈ, ਸਵਾਲ ਇਹਦੇ ਬਹੁਤ ਈਜ਼ੀ। A = ਆਹ I = ਤੁਹਾਨੂੰ ਪਤਾ ਹੈ ਆਈਡੈਂਟੀਟੀ ਮੈਟ੍ਰਿਕਸ ਜਾਂ ਯੂਨਿਟ ਮੈਟ੍ਰਿਕਸ ਕੀ ਹੁੰਦੀ ਹੈ। ਸ਼ੋ ਦੈਟ ਦਿਸ = O ਦਾ ਮਤਲਬ 0 ਮੈਟ੍ਰਿਕਸ। ਤਾਂ ਪਹਿਲਾਂ ਤਾਂ ਅਸੀਂ ਆਹ ਦੋਨੋਂ ਮੈਟ੍ਰਿਕਸ ਫਾਈਂਡ ਕਰਨੇ A - 3I ਤੇ A - 4। A - 3I ਕੀ ਹੋਏਗੀ, A ਦੀ ਵੈਲਿਊ ਲਿਖਤੀ, -3I ਦੀ ਵੈਲਿਊ ਲਿਖਤੀ, ਮਲਟੀਪਲਾਈ ਕਰ ਦਿਆਂਗੇ 3 ਦਾ ਇਹਦੇ ਵਿੱਚ, ਠੀਕ ਹੈ ਨਾ, ਫਿਰ ਇਹਦੇ ਵਿੱਚ ਮਾਈਨਸ ਕਰ ਦਿਆਂਗੇ, ਆਹ ਆਨਸਰ ਆ ਜਾਏਗਾ। ਠੀਕ ਹੈ ਨਾ, ਫਿਰ ਅਸੀਂ ਕੱਟਿਆ 4 A - 4I, A ਲਿਖ ਲਿਆ 4 ਤੇ I ਲਿਖ ਲਿਆ, ਤੇ I ਪਹਿਲਾਂ 4 ਨਾਲ ਮਲਟੀਪਲਾਈ ਕਰਤਾ, ਫਿਰ ਇਹਨੂੰ ਇੱਧਰ ਜਾ ਕੇ ਮਾਈਨਸ ਕਰਤਾ, ਮਾਈਨਸ ਕਰਕੇ ਆਹ ਮੈਟ੍ਰਿਕਸ ਸਾਡਾ ਆਨਸਰ ਆ ਪਹਿਲੀ ਦਾ ਆਨਸਰ ਆ ਗਿਆ, ਆ ਦੂਸਰੇ। ਦੋਹਾਂ ਨੂੰ ਹੁਣ ਅਸੀਂ ਮਲਟੀਪਲਾਈ ਕਰਨੀ, ਮਲਟੀਪਲਾਈ ਕਰਾਂਗੇ ਤਾਂ ਦੇਖੋ ਕਰਕੇ 2 ਦਾ 1 - 1 ਨਾਲ ਮਲਟੀਪਲਾਈ, 2 ਦਾ 1 ਨਾਲ ਮਲਟੀਪਲਾਈ 2 ਦਾ -1 ਨਾਲ -2 ਆ ਗਿਆ 2 - 2। ਇੱਥੇ 2 ਦਾ ਫਿਰ ਇਸ ਲਾਈਨ ਦਾ ਇਸ ਕਾਲਮ ਨਾਲ ਮਲਟੀਪਲਾਈ ਕਰਨਾ, ਤਾਂ 2 2 ਦਾ 4 2 - 2 ਦਾ ਮਲਟੀਪਲਾਈ -4 ਤੇ 4 - 4 ਇਹ ਵੀ 0 ਹੋ ਜਾਏਗਾ। ਇਸੇ ਤਰ੍ਹਾਂ -1 ਦਾ 1 - 1 ਨਾਲ ਮਲਟੀਪਲਾਈ, ਇਸ ਰੋ ਦਾ ਇਸ ਕਾਲਮ ਨਾਲ ਮਲਟੀਪਲਾਈ, ਫਿਰ ਇਸ ਰੋ ਦਾ ਇਸ ਕਾਲਮ ਨਾਲ ਮਲਟੀਪਲਾਈ। ਇਸ ਤਰੀਕੇ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਸਾਡਾ ਆਨਸਰ ਆਉਂਦਾ 0 0 0 0, ਯਾਨੀ O ਆ। ਆਹੀ ਅਸੀਂ ਪ੍ਰੂਵ ਕਰਨਾ।
ਇਹ ਸਵਾਲ ਆਉਂਦਾ ਹੈ ਕਈ ਵਾਰੀ ਪੇਪਰ 'ਚ। ਤਾਂ ਸੌਖਾ ਜਿਹਾ ਸਵਾਲ ਹੈ, ਕੁਝ ਵੀ ਨਹੀਂ, ਵੈਲਿਊ ਫਾਈਂਡ ਕਰੋ ਦੋਹਾਂ ਦੀ ਤੇ ਮਲਟੀਪਲਾਈ ਕਰੋ, ਯਾਨੀ ਸਾਨੂੰ ਜੋੜ ਕਰਨਾ ਤੇ ਮਲਟੀਪਲਾਈ ਕਰਨਾ ਆਉਣਾ ਚਾਹੀਦਾ ਆਨਸਰ। ਠੀਕ ਹੈ। ਨੈਕਸਟ ਸਾਡੇ ਕੋਲ ਹੈ a ਦੀ ਸਾਨੂੰ ਵੈਲਿਊ ਦਿੱਤੀ ਹੈ, ਫਾਈਂਡ -a² + 6a। a² ਕਿੱਦਾਂ ਫਾਈਂਡ ਹੋਏਗਾ, a ਦਾ a ਨਾਲ ਮਲਟੀਪਲਾਈ, ਉਵੇਂ ਮਲਟੀਪਲਾਈ ਹੁਣ ਮੈਂ ਤੁਹਾਨੂੰ ਵਾਰੀ ਨਹੀਂ ਦੱਸਣਾ, ਫਸਟ ਰੋ ਦਾ ਫਸਟ ਕਾਲਮ ਨਾਲ, ਫਸਟ ਰੋ ਦਾ ਸੈਕੰਡ ਕਾਲਮ ਨਾਲ, ਫਿਰ ਸੈਕੰਡ ਰੋ ਦਾ ਫਸਟ ਕਾਲਮ ਨਾਲ, ਸੈਕੰਡ ਰੋ ਦਾ ਸੈਕੰਡ ਕਾਲਮ ਨਾਲ। ਆ ਵਾਰੀ ਆਪਾਂ ਹੁਣ ਇਸੇ ਚੀਜ਼ ਨੂੰ ਡਿਸਕਸ ਨਹੀਂ ਕਰੀ ਜਾਣਾ। a² ਦੀ ਵੈਲਿਊ ਆ ਗਈ, ਹੁਣ -a² ਕੱਢਾਂਗੇ, ਇਹਨੂੰ ਮਾਈਨਸ ਨੂੰ ਅੰਦਰ ਮਲਟੀਪਲਾਈ ਕਰ ਦੇਣਗੇ, ਜਿਹੜੇ ਅੰਦਰ ਸਾਈਨ ਸੀ ਸਾਰੇ ਚੇਂਜ ਹੋ ਜਾਣਗੇ। ਫਿਰ -a² ਨੂੰ 6a ਨਾਲ ਜੋੜਨਾ ਹੈ, ਤਾਂ -a² + 6 ਦੇ ਨਾਲ a ਦੀ ਵੈਲਿਊ ਲਿਖ ਦਿਓ, 6 ਨੂੰ ਅੰਦਰ ਮਲਟੀਪਲਾਈ ਕਰ ਦਿਓ, ਫਿਰ ਇਹਨੂੰ ਜੋੜ ਆਨਸਰ। ਠੀਕ। ਇਸੇ ਤਰ੍ਹਾਂ ਨੈਕਸਟ ਐਗਜ਼ਾਮਪਲ, a ਤੇ b ਦੀ ਵੈਲਿਊ ਦਿੱਤੀ ਹੈ, ਫਾਈਂਡ ab ਐਂਡ ba। ਇਜ਼ ab = ba, ਕੀ ab ਤੇ ba ਬਰਾਬਰ ਆਉਂਦੇ ਆ? ਉਹੀ ਗੱਲ ਆ ਗਈ ਕਮਿਊਟੇਟਿਵ ਲਾਅ ਜਿਹਦੇ ਉੱਤੇ ਅਸੀਂ ਗੱਲ ਕਰੀ ਸੀ ਵੀ ਜ਼ਰੂਰੀ ਨਹੀਂ ਬਰਾਬਰ ਆਉਣ, ਬਟ ਕਨਕਲੂਜਨ ਯੂ ਡਰਾ, ਤੁਸੀਂ ਕੀ ਨਤੀਜਾ ਕੱਢਦੇ ਹੋ। ਤਾਂ ਪਹਿਲਾਂ ਤਾਂ ਚੈੱਕ ਕਰੀਦਾ ਜਦੋਂ ਵੀ ਸਵਾਲ ਸ਼ੁਰੂ ਕਰੀਦਾ a b ਅਸੀਂ ਫਾਈਂਡ ਕਰਨਾ, ਤਾਂ ਕੀ ਇਹ ਪੋਸੀਬਲ ਹੈ ਦੋਹਾਂ ਦਾ ਮਲਟੀਪਲੀਕੇਸ਼ਨ ਹੋਣਾ, ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਤਾਂ ਉਹ ਕਿਵੇਂ ਪਤਾ ਚੱਲੇਗਾ, ਉਹ ਇੱਥੇ ਤੁਸੀਂ ਚੈੱਕ ਕਰੋ, ਇਹਦੀਆਂ ਨੰਬਰ ਆਫ ਰੋਜ਼ ਕਿੰਨੀਆਂ, 3, ਕਿਹੜੇ ਆਰਡਰ ਦੀ ਹੈ, 3/2 ਆਰਡਰ ਦੀ। ਆਹ ਵਾਲੀ ਜਿਹੜੀ ਮੈਟ੍ਰਿਕਸ ਹੈ ਇਹ ਹੈਗੀ ਹੈ 2/3 ਆਰਡਰ। ਹੁਣ ਇਹਦੀਆਂ ਨੰਬਰ ਆਫ ਰੋਜ਼ ਕਾਲਮਸ ਤੇ ਇਹਦੀਆਂ ਨੰਬਰ ਆਫ ਰੋਜ਼ ਆਪਸ ਵਿੱਚ ਬਰਾਬਰ ਹੈ, ਇਹਦਾ ਮਤਲਬ ਇਹਨਾਂ ਨੂੰ ਅਸੀਂ ਮਲਟੀਪਲਾਈ ਕਰ ਸਕਦੇ ਹਾਂ। ਤਾਂ ਮਲਟੀਪਲਾਈ ਕਰਕੇ ਦਿਖਾਉਣਾ, ਫਿਰ ਕਰਨ ਤੋਂ ਬਾਅਦ ਆਨਸਰ ਕੀ ਆਏਗਾ, ਉਹ 3/3 ਮੈਟ੍ਰਿਕਸ ਆਊ। ਇਹ ਵੀ ਨਾਲ ਦੀ ਨਾਲ ਹੀ ਖਿਆਲ ਕਰਨਾ। ਆ ਜਿਹੜਾ ਮੈਂ ਇੱਥੇ ਲਿਖਿਆ ਹੈ, ਤੁਸੀਂ ਇੰਨਾ ਕੁ ਕੰਮ ਜ਼ਰੂਰ ਨਾਲ ਲਿਖ ਲਿਆ ਕਰੋ ਜਦੋਂ ਵੀ ਮਲਟੀਪਲਾਈ ਕਰਨਾ, ਵੀ ਇਹਦਾ ਆਰਡਰ ਕਿੰਨਾ, ਇਹਦਾ ਆਰਡਰ ਕਿੰਨਾ, ਫਿਰ ਤੁਹਾਨੂੰ ਆਪ ਹੀ ਖਿਆਲ ਹੋ ਜਾਊਗਾ ਵੀ ਇਹ ਪੋਸੀਬਲ ਹੈ ਮਲਟੀਪਲੀਕੇਸ਼ਨ ਕਿ ਨਹੀਂ। ਤਾਂ ਆਹ ਚੀਜ਼ ਲਿਖਣੀ ਜ਼ਰੂਰੀ ਨਹੀਂ ਜਿਹੜੇ ਉੱਤੇ ਅਸੀਂ ਲਿਖਿਆ ਵੀ ਕਿਉਂਕਿ ਨੰਬਰ ਆਫ ਰੋਜ਼ ਇਨ A ਆਰ ਇਕੁਅਲ ਟੂ ਨੰਬਰ ਆਫ ਰੋਜ਼ ਇਨ B, ਇਹ ਚੀਜ਼ ਲਿਖੋ ਭਾਵੇਂ ਨਾ ਲਿਖੋ, ਡਿਫਾਈਨ ਹੈ ਨਹੀਂ ਹੈ, ਲਿਖਣ ਦੀ ਜ਼ਰੂਰਤ ਨਹੀਂ, ਪਰ ਤੁਹਾਡੇ ਦਿਮਾਗ 'ਚ ਇਹ ਗੱਲ ਜ਼ਰੂਰ ਹੋ ਜਾਣੀ ਚਾਹੀਦੀ ਕਲੀਅਰ ਵੀ ਇਹਨਾਂ ਦਾ ਮਲਟੀਪਲੀਕੇਸ਼ਨ ਪੋਸੀਬਲ ਹੈ ਜਾਂ ਕਿ ਨਹੀਂ। ਤਾਂ A B ਅਸੀਂ ਦੋਨੇ ਲਿਖ ਲਈਆਂ, ਹੁਣ ਇਹਨਾਂ ਨੂੰ ਮਲਟੀਪਲਾਈ ਕਰਤਾ, ਫਸਟ ਰੋ ਫਸਟ ਕਾਲਮ, ਫਸਟ ਰੋ ਸੈਕੰਡ ਕਾਲਮ, ਫਸਟ ਰੋ ਥਰਡ ਕਾਲਮ, ਫਿਰ ਸੈਕੰਡ ਰੋ ਫਸਟ ਕਾਲਮ, ਸੈਕੰਡ ਰੋ ਸੈਕੰਡ ਕਾਲਮ, ਸੈਕੰਡ ਰੋ ਥਰਡ ਕਾਲਮ, ਇਸੇ ਤਰ੍ਹਾਂ। ਤਾਂ ਇਹ 3/3 ਮੈਟ੍ਰਿਕਸ ਤੁਹਾਡੇ ਕੋਲ ਆ। ਠੀਕ ਹੈ। ਹੁਣ ਪੁੱਛਦੇ BA ਕੀ ਸੀਗਾ, B ਦੇ ਵਿੱਚ ਨੰਬਰ ਆਫ ਰੋਜ਼ 3 ਹੈ, A ਦੇ ਵਿੱਚ ਨੰਬਰ ਆਫ ਕਾਲਮਸ 3 ਹੈ, ਇਹਦਾ ਮਤਲਬ ਇਹ ਪੋਸੀਬਲ ਇਹਨਾਂ ਦਾ ਮਲਟੀਪਲਾਈ, ਤੇ ਆਨਸਰ ਕੀ ਆਊਗਾ, ਆਨਸਰ 2/2 ਆਊਗਾ। ਠੀਕ ਹੈ ਜੀ। ਤਾਂ ਹੁਣ ਕਰੋ ਮਲਟੀਪਲਾਈ, ਇਹਦੀ ਫਸਟ ਰੋ ਫਸਟ ਕਾਲਮ, ਫਸਟ ਰੋ ਸੈਕੰਡ ਕਾਲਮ, ਫਿਰ ਸੈਕੰਡ ਰੋ ਫਸਟ ਕਾਲਮ, ਸੈਕੰਡ ਰੋ ਸੈਕੰਡ ਕਾਲਮ, ਮਲਟੀਪਲਾਈ ਕਰੇ ਆਨਸਰ। ਤਾਂ ਅਸੀਂ ਦੇਖਦੇ ਹਾਂ, ਪਹਿਲਾਂ ਤਾਂ ਇਹਨਾਂ ਦਾ ਆਰਡਰ ਹੀ ਬਰਾਬਰ ਨਹੀਂ ਆ ਰਿਹਾ, ਉੱਪਰ ਜਿਹੜਾ ਆਨਸਰ ਆ ਰਿਹਾ ਹੈ ਉਹ ਤਾਂ ਆ ਰਿਹਾ ਹੈ 3/3 ਮੈਟ੍ਰਿਕਸ, ਤੇ ਹੇਠਾਂ ਜਿਹੜਾ ਆਨਸਰ ਆ ਰਿਹਾ ਹੈ ਉਹ ਆ ਰਹੀ ਹੈ 2/2 ਮੈਟ੍ਰਿਕਸ। ਤਾਂ ਜਦੋਂ ਇਹਨਾਂ ਦੀਆਂ ਆਰਡਰ ਹੀ ਨਹੀਂ ਬਰਾਬਰ, ਗਾਂ ਐਲੀਮੈਂਟਸ ਬਰਾਬਰ ਹੋਣ ਨਾ ਹੋਣ ਉਹਦਾ ਕੋਈ ਮਕਸਦ ਨਹੀਂ। ਆਪਾਂ ਕਰਿਆ ਸੀਗਾ ਵੀ ਦੋ ਮੈਟ੍ਰਿਸਿਸ ਬਰਾਬਰ ਕਦੋਂ ਹੁੰਦੀਆਂ ਨੇ, ਜਦੋਂ ਉਹਨਾਂ ਦਾ ਆਰਡਰ ਵੀ ਬਰਾਬਰ ਹੋਵੇ ਤੇ ਉਹਦੇ ਵਿਚਲੇ ਐਲੀਮੈਂਟਸ ਵੀ ਆਪਸ ਵਿੱਚ ਬਰਾਬਰ ਨੇ। ਤਾਂ ਇਹਦੇ 'ਚ ਦੋਨੇ ਪਹਿਲਾਂ ਆਰਡਰ ਹੀ ਨਹੀਂ ਬਰਾਬਰ, ਐਲੀਮੈਂਟਸ ਨੂੰ ਤਾਂ ਅਸੀਂ ਫਿਰ ਚੈੱਕ ਬਾਅਦ 'ਚ ਕਰਨਾ। ਤਾਂ ਆਰਡਰ ਹੀ ਬਰਾਬਰ ਨੇ, ਇਸ ਕਰਕੇ ਅਸੀਂ ਦੇਖਦੇ ਹਾਂ ਵੀ ਕੈਨ ਸੀ ਦੈਟ AB ਇਜ਼ ਨਾਟ ਇਕੁਅਲ ਟੂ BA। Thus we conclude that multiplication of matrices is not commutative। ਆਹੀ ਗੱਲ ਮੈਂ ਕਹੀ ਸੀਗੀ ਵੀ commutative law ਇਹਦੇ 'ਚ ਜਿਹੜਾ ਅਪਲਾਈ ਨਹੀਂ ਹੁੰਦਾ, ਇਹਨਾਂ ਦਾ ਮੈਟ੍ਰਿਸਿਸ ਦਾ ਜਿਹੜਾ ਮਲਟੀਪਲੀਕੇਸ਼ਨ ਆ commutative ਨਹੀਂ। ਠੀਕ ਹੈ ਜੀ। ਅੱਗੇ ਆ ਗਿਆ ਇਵੈਲੂਏਟ, ਇਹ ਮਲਟੀਪਲਾਈ ਕਰਨਾ ਬਸ। ਆ ਫਸਟ ਮੈਟ੍ਰਿਕਸ ਹੈ, ਆ ਸੈਕੰਡ ਮੈਟ੍ਰਿਕਸ ਹੈ, ਆ ਥਰਡ ਮੈਟ੍ਰਿਕਸ। ਇਹਨਾਂ ਦਾ ਦੇਖਣਾ ਵੀ ਪਹਿਲਾਂ ਤਾਂ ਚੈੱਕ ਹੀ ਕਰ ਲੈਣਾ ਵੀ ਇਹਨਾਂ ਦਾ ਮਲਟੀਪਲੀਕੇਸ਼ਨ ਪੋਸੀਬਲ ਹੈ। ਆਪਾਂ ਕਈ ਵਾਰੀ ਮਲਟੀਪਲੀਕੇਸ਼ਨ ਸ਼ੁਰੂ ਕਰ ਲੈਂਦੇ ਹਾਂ, ਸਾਨੂੰ ਐਂ ਪਤਾ ਹੀ ਨਹੀਂ ਕਿ ਮਲਟੀਪਲਾਈ ਇਹਨਾਂ ਦਾ ਪੋਸੀਬਲ ਹੀ ਨਹੀਂ, ਐਂਡ 'ਤੇ ਜਾ ਕੇ ਪਤਾ ਚੱਲਦਾ ਵੀ ਆਨਸਰ ਨਹੀਂ ਮਿਲ ਰਿਹਾ। ਆਨਸਰ ਕਿਉਂ ਨਹੀਂ ਮਿਲ ਰਿਹਾ, ਕਿਉਂਕਿ ਮਲਟੀਪਲਾਈ ਪੋਸੀਬਲ ਹੀ ਹੈ ਨਹੀਂ ਸੀਗਾ। ਤਾਂ ਆਹ ਕਿਹੜੀ ਮੈਟ੍ਰਿਕਸ ਸੀਗੀ, ਇਹ ਸੀਗੀ 1/3 ਮੈਟ੍ਰਿਕਸ, ਦੂਸਰੀ ਹੈਗੀ ਹੈ 3/3 ਮੈਟ੍ਰਿਕਸ, ਤੀਸਰੀ ਹੈਗੀ ਹੈ 3/1। ਠੀਕ ਹੈ ਜੀ। ਇਹਦੇ 'ਚ ਵੀ ਆ ਨੰਬਰ ਆਫ ਰੋਜ਼ ਤੇ ਕਾਲਮਸ ਬਰਾਬਰ ਨੇ, ਇਹਦਾ ਆਨਸਰ ਆਊਗਾ ਹੁਣ 1/3 ਮੈਟ੍ਰਿਕਸ, ਖਿਆਲ ਰੱਖਣਾ। ਫਿਰ ਜਿਹੜੀ ਦੂਸਰੀ ਤੇ ਤੀਸਰੀ ਹੈ ਇਹਨਾਂ ਦਾ ਵਿੱਚ ਵੀ ਨੰਬਰ ਆਫ ਰੋਜ਼ ਤੇ ਕਾਲਮਸ ਆਪਸ 'ਚ ਬਰਾਬਰ ਨੇ।
ਤੇ ਆ ਐਂਡ 'ਚ ਜਿਹੜਾ ਆਨਸਰ ਹੋਊਗਾ, ਹੁਣ ਖਿਆਲ ਰੱਖੋ, ਜਿਹੜਾ ਸਾਰਿਆਂ ਦਾ ਮਲਟੀਪਲੀਕੇਸ਼ਨ ਕਰਕੇ ਆਨਸਰ ਕੀ ਆਊਗਾ, 1 × 1 ਆਊਗਾ। ਯਾਨੀ ਇੱਕੋ ਹੀ ਐਲੀਮੈਂਟ ਆ ਜਾਊਗਾ, ਇੱਕ ਹੀ ਰੋ ਤੇ ਇੱਕ ਹੀ ਕਾਲਮ। ਆਨਸਰ ਦੇ ਵਿੱਚ ਜਿਹੜਾ ਆਊਗਾ ਸਾਰਿਆਂ ਦਾ ਆਨਸਰ ਐਂਡ ਤੇ ਉਹ ਇੱਕ ਐਲੀਮੈਂਟ ਹੀ ਆ ਜਾਏਗਾ, ਬਾਕੀ ਸਾਰੇ ਖਤਮ ਹੋ ਜਾਣੀ ਕਹਾਣੀ। ਆਪਾਂ ਦੇਖੀਏ ਕਰਕੇ, ਪਹਿਲਾਂ ਪਹਿਲੀਆਂ ਦੋਵਾਂ ਨੂੰ ਮਲਟੀਪਲਾਈ ਕਰਨਾ, ਇਹਨਾਂ ਦੋਹਾਂ, ਇਹ ਕੀ ਹੈ, ਇੱਕ ਰੋ ਹੈ ਤੇ 3 ਕਾਲਮ ਹੈ, ਇਹਨੂੰ ਮਲਟੀਪਲਾਈ ਕਰਾਂਗੇ ਤਾਂ ਇਹਦਾ ਆਨਸਰ ਆਊਗਾ 1 × 3 ਅਸੀਂ ਕਰਿਆ ਸੀਗਾ, ਤਾਂ ਇਹਨੂੰ ਕਰੋ ਮਲਟੀਪਲਾਈ, ਇਹਨੂੰ ਇਹਦੇ ਨਾਲ ਮਲਟੀਪਲਾਈ, ਫਿਰ ਫਸਟ ਰੋ ਨੂੰ ਸੈਕੰਡ ਨਾਲ, ਫਿਰ ਫਸਟ ਰੋ ਨੂੰ ਥਰਡ ਨਾਲ, ਆ ਇੱਕੋ ਹੀ ਰੋ ਬਣ ਗਈ। ਤਾਂ ਇਹ ਕੀ ਆਨਸਰ ਆ ਗਿਆ, 1 × 3 ਆ ਗਿਆ। ਹੁਣ ਸਾਰੀ ਤਿੰਨਾਂ ਦਾ ਮਲਟੀਪਲੀਕੇਸ਼ਨ, ਇਹਨਾਂ ਦੋਹਾਂ ਦਾ ਮਲਟੀਪਲੀਕੇਸ਼ਨ ਅਸੀਂ ਇੱਥੇ ਲਿਖ ਲਿਆ, ਜਿਹੜਾ ਆਨਸਰ ਤੇ ਆਇਆ ਸੀ ਇੱਥੇ ਲਿਖ ਲਿਆ, ਤੇ ਆ ਨਾਲ ਮੈਟ੍ਰਿਕਸ ਲਿਖ ਲਈ। ਹੁਣ ਆ ਹੈਗੀ ਆ 1 × 3 ਮੈਟ੍ਰਿਕਸ, ਆ ਹੈਗੀ ਆ 3 × 1 ਮੈਟ੍ਰਿਕਸ, ਮਲਟੀਪਲਾਈ ਕਰਕੇ 1 × 1 ਮੈਟ੍ਰਿਕਸ। ਇਹਨੂੰ ਇਹਦੇ ਨਾਲ ਮਲਟੀਪਲਾਈ ਇੱਕ ਵਾਰੀ, ਫਸਟ ਹੀ ਰੋ ਤੇ ਇੱਕੋ ਹੀ ਕਾਲਮ ਹੈ, ਤੇ ਫਸਟ ਰੋ ਨੂੰ ਫਸਟ ਕਾਲਮ ਨਾਲ ਮਲਟੀਪਲਾਈ ਕਰੋਗੇ, ਇੱਕੋ ਹੀ ਐਲੀਮੈਂਟ ਬਣੇਗਾ ਸਾਡਾ 123, ਇੱਕ ਐਲੀਮੈਂਟ ਆਨਸਰ 1 × 1। ਠੀਕ ਹੈ। नेक्स्ट देखो एग्जाम्पल 20, if A is a square matrix such that A square equals to A, then write the value of any value। ਇਹ 'ਚ ਕੋਈ ਮੈਟ੍ਰਿਕਸ ਨਹੀਂ ਦਿੱਤੀ, ਸਾਨੂੰ ਇੱਕ ਗੱਲ ਦੇਤੀ, ਕੀ ਦੇਤੀ ਵੀ A ਦਾ ਸਕੁਆਇਰ ਜਦੋਂ ਹੁੰਦਾ ਉਹਦੀ ਵੈਲਿਊ A ਹੀ ਹੁੰਦੀ। ਤਾਂ ਅਸੀਂ ਇਹਦੀ ਵੈਲਿਊ ਪਹਿਲਾਂ ਫਾਈਂਡ ਕਰ ਲਈ, ਫਿਰ ਇਹ 'ਚੋਂ 3A ਮਾਈਨਸ ਕਰਨਾ, ਮਗਰੋਂ ਕਰਨਾ। ਇਹਦੀ ਵੈਲਿਊ ਕਿੱਦਾਂ ਫਾਈਂਡ ਹੋਏਗੀ, ਇਹਨੂੰ 2 ਵਾਰੀ ਮਲਟੀਪਲਾਈ ਕਰਤਾ ਇਸ ਚੀਜ਼ ਨੂੰ। ਮਲਟੀਪਲਾਈ ਕਰਨ ਨਾਲ ਹੁਣ ਕੀ ਹੋਏਗਾ, ਪਹਿਲਾਂ ਆ ਬ੍ਰੈਕਟ ਦੇ ਨਾਲ ਪਹਿਲਾਂ I ਮਲਟੀਪਲਾਈ ਹੋ ਜਾਏਗਾ, ਫਿਰ ਐਸੇ ਬ੍ਰੈਕਟ ਨਾਲ A ਮਲਟੀਪਲਾਈ ਹੋ ਜਾਏਗਾ। ਡਿਸਟਰੀਬਿਊਸ਼ਨ ਲਾ ਜਿਹੜਾ ਅਸੀਂ ਮੈਟ੍ਰਿਸਿਸ ਦਾ ਕੀਤਾ ਸੀਗਾ ਉੱਪਰ, ਰਾਈਟ ਡਿਸਟਰੀਬਿਊਸ਼ਨ ਲਾ, ਤਾਂ ਰਾਈਟ ਡਿਸਟਰੀਬਿਊਸ਼ਨ ਹੋ ਜਾਏਗਾ, ਲੈਫਟ ਡਿਸਟਰੀਬਿਊਸ਼ਨ ਹੋ ਜਾਏਗਾ। ਇਹਦਾ ਇਹਦੇ ਤੇ ਵੀ ਡਿਸਟਰੀਬਿਊਸ਼ਨ, ਇਹਦੇ ਤੇ ਵੀ ਡਿਸਟਰੀਬਿਊਸ਼ਨ। ਆਹ ਲਿਖ ਲਿਆ ਪਹਿਲਾਂ, ਫਿਰ I ਦਾ ਅੰਦਰ ਮਲਟੀਪਲਾਈ, I ਦਾ I ਨਾਲ, I ਦਾ A ਨਾਲ ਮਲਟੀਪਲਾਈ, I ਦਾ I ਨਾਲ ਮਲਟੀਪਲਾਈ, I ਦਾ A ਨਾਲ ਮਲਟੀਪਲਾਈ। ਇਸੇ ਤਰ੍ਹਾਂ A ਦਾ I ਨਾਲ ਮਲਟੀਪਲਾਈ, A ਦਾ A ਨਾਲ ਮਲਟੀਪਲਾਈ, I ਦਾ I ਨਾਲ। I ਦਾ ਤੁਹਾਨੂੰ ਪਤਾ ਹੀ ਹੈ, I ਕੀ ਹੈ, ਯੂਨਿਟ ਮੈਟ੍ਰਿਕਸ ਹੈ, ਜਾਂ ਕਹ ਲਓ ਆਪਾਂ ਆਈਡੈਂਟੀਟੀ ਮੈਟ੍ਰਿਕਸ ਹੈ। I ਨੂੰ ਕਿਸੇ ਨਾਲ ਹੀ ਮਲਟੀਪਲਾਈ ਕਰੋ ਉਹੀ ਆਉਂਦਾ, I ਨੂੰ I ਨਾਲ ਮਲਟੀਪਲਾਈ ਕਰੋਗੇ I ਆ ਜਾਊਗਾ, I ਨੂੰ A ਨਾਲ ਮਲਟੀਪਲਾਈ ਕਰੋਗੇ ਤਾਂ A ਹੀ ਆ ਜਾਊਗਾ, I ਨੂੰ A ਨਾਲ ਮਲਟੀਪਲਾਈ ਕਰੋਗੇ ਤਾਂ ਵੀ A ਆ ਜਾਊਗਾ, A ਨੂੰ A ਨਾਲ ਮਲਟੀਪਲਾਈ ਕਰੋਗੇ A ਸਕੁਆਇਰ ਆ ਜਾਊਗਾ। ਤੇ A ਸਕੁਆਇਰ ਦੀ ਵੈਲਿਊ ਸਾਨੂੰ ਕੁਐਸਚਨ ਦੇ ਵਿੱਚ ਦਿੱਤੀ ਹੈ ਵੀ A ਹੁੰਦੀ ਹੈ। ਠੀਕ ਹੈ, ਤਾਂ 2A ਆ ਹੋ ਗਿਆ 1, ਆ A ਤੇ A ਜੁੜ ਕੇ ਹੋ ਗਏ 2A, ਤੇ A ਸਕੁਆਇਰ ਦੀ ਵੈਲਿਊ ਵੀ A ਹੋ ਗਈ, ਆ A ਤੇ 2A ਜੁੜ ਕੇ 3A ਹੋ ਗਈ। ਤਾਂ ਆ ਜਿਹੜਾ ਬ੍ਰੈਕਟ ਸੀਗਾ ਇਹਦੀ ਵੈਲਿਊ ਆ ਗਈ I + 3A। ਹੁਣ ਅਸੀਂ ਜੋ ਵੈਲਿਊ ਸਾਨੂੰ ਕੱਢਣ ਨੂੰ ਕਹੀ ਸੀ ਉਹਦੀ ਵੈਲਿਊ ਫਾਈਂਡ ਕਰਦੇ ਹਾਂ। 1 I + A ਦਾ ਸਕੁਆਇਰ ਮਾਈਨਸ 3A, ਇਹਦੇ 'ਚ ਇਹਦੀ ਵੈਲਿਊ ਪਹਿਲਾਂ ਅਸੀਂ ਲਿਖ ਲਈ, ਕਿੰਨੀ ਹੈ, ਆਹ ਵਾਲੀ ਇੱਥੇ ਲਿਖ ਲਈ, ਮਾਈਨਸ 3A ਲਿਖ ਲਿਆ, 3A ਕੈਂਸਲ ਹੋ ਜਾਊਗਾ, ਇਕੱਲਾ I। ਠੀਕ ਹੈ ਨਾ, ਤਾਂ I ਆਨਸਰ ਆ ਗਿਆ। 1 ਨਹੀਂ ਹੈਗਾ, ਖਿਆਲ ਰੱਖਣਾ I ਹੈ। ਕਿਤੇ ਫਿਰ ਕਈ ਵਾਰੀ O ਨੂੰ, ਹੁਣ ਅਗਲੇ ਸਵਾਲ 'ਚ ਜਿਵੇਂ O ਹੈ ਤੇ ਆ I ਹੈ, ਇਹਨੂੰ 1 ਤੇ 0 ਲਿਖ ਜਾਂਦੇ ਬਹੁਤ ਮੇਰੇ ਵਰਗੇ ਮਹਾਨ ਵਿਅਕਤੀ ਜਿਹੜੇ ਹੁੰਦੇ। ਤਾਂ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਖਿਆਲ ਤੁਸੀਂ ਰੱਖੋ, ਇੰਨੇ ਮਹਾਨ ਨਹੀਂ ਬਣਨਾ। A ਦੀ ਵੈਲਿਊ ਦਿੱਤੀ ਹੈ, B ਦੀ, C ਦੀ, ਸਾਰੀਆਂ 2/2 ਮੈਟ੍ਰਿਕਸ ਨੇ। Find the value of D such that CD minus AB equals to O। ਜਿਹੜੀ ਚੀਜ਼ ਫਾਈਂਡ ਕਰਨੀ ਉਹਨੂੰ ਅਸੀਂ ਲੈ ਲਿਆ, 2/2 ਮੈਟ੍ਰਿਕਸ ਲੈ, ਸਾਰੀਆਂ 2/2 ਹੈ, ਤਾਂ ਇਹਦਾ ਮਲਟੀਪਲਾਈ ਹੋ ਕੇ ਇੱਥੇ ਆ ਸਾਰੀਆਂ 2/2, ਆ ਵੀ 2/2, X Y Z ਤੇ W, ਤਾਂ CD minus AB equals to O ਹੈ। A ਵੀ ਉੱਧਰ ਜਾਊਗੀ ਤਾਂ ਪਲੱਸ ਹੋ ਜਾਊਗੀ, ਤਾਂ CD equals to O + AB। ਉਹ ਤੁਹਾਨੂੰ ਪਤਾ ਹੈ 0 ਮੈਟ੍ਰਿਕਸ ਹੁੰਦੀ ਹੈ, 0 ਦੇ ਵਿੱਚ ਕੁਝ ਵੀ ਜੋੜੋ ਕੋਈ ਫਰਕ ਨਹੀਂ ਪੈਂਦਾ, ਤਾਂ CD equals to A ਵੀ ਆ। ਠੀਕ ਹੈ ਨਾ, ਇਹਨਾਂ 'ਚ ਹੁਣ ਵੈਲਿਊਜ਼ ਪੁੱਟ ਕਰਤੀਆਂ, C ਦੀ ਵੈਲਿਊ ਪੁੱਟ ਕਰਤੀ, D ਦੀ ਵੈਲਿਊ ਪੁੱਟ ਕਰਤੀ, A ਦੀ ਵੈਲਿਊ ਪੁੱਟ ਕਰਤੀ, B ਦੀ ਵੈਲਿਊ ਮਲਟੀਪਲਾਈ ਕਰਤਾ ਇਹਨਾਂ ਦਾ ਵੀ। ਠੀਕ ਹੈ, ਤਾਂ ਆਹ ਮਲਟੀਪਲਾਈ ਕਰੇ ਤੋਂ ਆ ਗਿਆ, ਤਾਂ ਦੋਨੇ ਕਿਉਂਕਿ ਇਕੁਅਲ ਨੇ ਮੈਟ੍ਰਿਸਿਸ, ਤਾਂ ਆਪਾਂ ਕਰੀ ਹੋਈ ਹੈ ਗੱਲ, ਇਹਦਾ ਮਤਲਬ ਇਹਦੇ ਕੋਰਸਪੋਂਡਿੰਗ ਐਲੀਮੈਂਟਸ ਜਿਹੜੇ ਉਹ ਬਰਾਬਰ ਹੋਣਗੇ, ਤਾਂ ਆਹ ਚੀਜ਼ 3 ਦੇ ਬਰਾਬਰ ਹੋ ਜਾਊਗੀ, ਆਹ ਵਾਲੀ ਚੀਜ਼ ਹੈ 0 ਦੇ ਬਰਾਬਰ ਹੋ ਜਾਊਗੀ, ਹੇਠਾਂ ਆ ਜਿਹੜੀ 43 ਦੇ ਬਰਾਬਰ ਹੋ ਜਾਊਗੀ, ਆਹ 22। 4 ਸਾਡੇ ਕੋਲੇ ਇਕੁਏਸ਼ਨਸ ਬਣ ਜਾਣਗੀਆਂ। ਇਹ ਚਾਰੇ ਇਕੁਏਸ਼ਨਸ ਤੋਂ ਅਸੀਂ ਵੈਲਿਊਜ਼ ਫਾਈਂਡ ਕਰ ਲਾਂਗੇ X Y Z ਤੇ W। ਉਹਦੇ 'ਚੋਂ ਪਹਿਲੀਆਂ 2 ਇਕੁਏਸ਼ਨਸ ਤੁਸੀਂ ਖਿਆਲ ਕਰੋ,
ਪਹਿਲੀਆਂ ਦੋ ਇਕੁਏਸ਼ਨਸ ਕੀ ਹੈ, ਦੋਹਾਂ ਦੇ ਵਿੱਚ x ਤੇ z ਹੈ। ਤਾਂ ਇਹਨਾਂ ਦੋਵਾਂ ਨੂੰ ਸੋਲਵ ਕਰਕੇ ਅਸੀਂ x ਤੇ z ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੀਆਂ ਮਗਰਲੀਆਂ ਦੋ ਇਕੁਏਸ਼ਨ ਦਾ ਉਹਨਾਂ ਦੋਵਾਂ ਦੇ ਵਿੱਚ y ਤੇ w ਹੈ, ਇਹਨਾਂ ਦੋਹਾਂ ਦੀ ਹੈਲਪ ਨਾਲ ਅਸੀਂ y ਤੇ w ਦੀ value ਕੱਢਣੀ। ਇਹ ਸਾਨੂੰ ਆਉਂਦਾ ਕਰਨਾ, ਕਈ ਵਾਰੀ ਕਰ ਚੁੱਕੇ ਹਾਂ ਪਹਿਲਾਂ ਵੀ, ਅੱਜ ਕੱਲ੍ਹ ਪਰਸੋਂ ਵੀ ਕਰਕੇ ਹਟੇ ਹਾਂ। ਸੋ ਇਹ ਤੁਹਾਨੂੰ ਸਾਰਿਆਂ ਨੂੰ ਆਉਂਦਾ, ਇਹ ਤੁਸੀਂ ਫਾਈਂਡ ਕਰ, ਠੀਕ ਹੈ ਜੀ। ਤੇ ਆਈ ਥਿੰਕ ਇੰਨਾ ਕੁ ਬਹੁਤ ਹੈ ਅੱਜ, ਕਿਉਂਕਿ ਅਗਲੀ ਕਲਾਸ ਦਾ ਟਾਈਮ ਹੋ ਗਿਆ। ਐਗਜ਼ਾਮਪਲ 21 ਤੱਕ ਆਪਾਂ ਡਿਸਕਸ ਕਰ ਲਿਆ, ਕੱਲ੍ਹ ਨੂੰ ਐਗਜ਼ਾਮਪਲ 22 ਤੋਂ ਸ਼ੁਰੂ ਕਰਾਂਗੇ। ਅਤੇ ਅੱਜ ਦਾ ਜਿਹੜਾ ਟੌਪਿਕ ਆਪਾਂ ਇੱਥੇ ਖਤਮ ਕਰਾਂਗੇ।